ਤੁਸੀਂ ਜਵਾਨ ਹੋਗੇ, खूबसूरत भी होगे, वो तो शादी दूसरी क्यों नहीं की? बस वैसे वजह वैसे बेटा बेटे दी वजह जी ਕਿਹੜੀ ਨਿਗਾਹ ਨਾਲ ਦੇਖਦਾ ਕੋਈ ਕਿਹੜੀ ਨਿਗਾਹ ਨਾਲ ਦੇਖਦਾ ਲੇਕਿਨ ਕੰਮ ਤਾਂ ਕਰਨਾ ਹੈ। हम्म, ਇੱਥੇ ਮਕਾਨ ਹੈ ਨਾ ਕਿਰਾਏ ਦਾ किराए ते रहते ਹਾਂਜੀ ਕਿਰਾਏ मकान भी अपना नहीं? ਨਹੀਂ ਇੱਥੇ ਅਸੀਂ 8000 ਰੁਪਇਆ ਕਿਰਾਇਆ ਦੇਈਦਾ ਮਕਾਨ ਦਾ जी किस तरह मामला चल रहे ने 8000 मकान ਦਾ ਕਿਰਾਇਆ ਬਿੱਲ ਉਸ ਤੋਂ ਬਾਅਦ ਖਾਣਾ ਪੀਣਾ ਕਿਸ ਤਰ੍ਹਾਂ ਕੁਛ ਮੈਂ ਕਰ ਲੈਣੀ ਕੁਛ ਬੇਟੇ ਨੂੰ ਫੈਕਟਰੀ ਲਵਾ ਦਿੰਦੇ ਹਾਂ ਜਦੋਂ ਨਹੀਂ ਮਾਮਲਾ ਸੈੱਟ ਹੁੰਦੇ ਫਿਰ ਇੱਥੇ ਮੈਂ ਖੜੇ ਹੋ ਜਾਂਦੀ ਹਾਂ ਬਾਜੀ ਬੇਟੇ ਨੂੰ ਪੜਾ ਨਹੀਂ ਰਹੇ ਨਹੀਂ ਕਿਉਂ? ਬਸ ਘਰ ਚਲਾਈਏ ਜਾਂ ਬੇਟੇ ਨੂੰ ਪੜਾਈਏ ਫਿਰ ਇੱਕ ਕੰਮ ਹੋ ਸਕਦਾ ਤੇ ਹੁਣ ਸਸੁਰਾਲ ਵਾਲੇ ਕਿੱਥੇ ਰਹਿ ਰਹੇ ਨੇ ਆਪਣੇ ਘਰ ਚ ਜਾਂ ਉਹ ਨਹੀਂ ਉਹ ਆਪਣੇ ਘਰ ਰਹਿ ਰਹੇ ਨੇ ਉਹਨਾਂ ਨਾਲ ਮਤਲਬ ਹੁਣ ਸਾਡਾ ਕੋਈ ਨਹੀਂ ਬੋਲ ਚੱਲ ਉਹਨਾਂ ਨੇ ਕਦੀ ਮੇਰੇ ਬੇਟੇ ਨੂੰ ਵੀ ਨਹੀਂ ਪੁੱਛਿਆ ਕਿ ਯਾਰ ਤੈਨੂੰ ਕੋਈ ਚੀਜ਼ ਚਾਹੀਦੀ ਹੈ ਨਹੀਂ ਚਾਹੀਦੀ ਕਦੀ ਈਦ ਤੇ ਵੀ ਨਹੀਂ ਪੁੱਛਿਆ ਕਿ ਫੋਨ ਵੀ ਨਹੀਂ ਕਦੀ ਕੀਤਾ ਮੇਰੇ बेटे को खुद पूछ लो अगर मैं झूठ बोल रही हूँ तो ਬਾਜੀ ਇਹ ਦੱਸੋ ਕਿ ਬੇਟਾ ਉਹਨਾਂ ਦਾ ਚਲਾ ਗਿਆ ਤਾਂ ਇਹਦਾ ਮਤਲਬ ਤੁਹਾਡੇ ਨਾਲ ਤਲਕ ਖਤਮ ਇਹ ਹੁਣ ਉਹਨਾਂ ਨੂੰ ਪਤਾ ਉਹਨਾਂ ਨੇ ਕਦੀ ਵੀ ਨਹੀਂ ਪੁੱਛਿਆ ਬਾਜੀ किस तरह जिंदगी गुजरी बस मुश्किल भी है तो शुक्र भी है अल्लाह का हर हाल चल रहा था लाहौर 42 ITV के साथ मैसन आपके सामने हाजिर हूं इंतकाल किए 7-8 साल हो गए हैं पहले ये जो है फैक्ट्री में काम करती थी लेकिन उधर लोगों की गलत निगाह की वजह से गलत मामलात की वजह से इन्होंने अपना ठेला लगा लिया है और अब अपने एक बेटे को पाल रही हैं लेकिन अब इन्हें पित्ते का मसला हो गया है अब मजीद काम भी नहीं कर सकती अब इनसे बात करते हैं और जानते हैं अस्सलाम वालेकुम वालेकुम क्या नाम है आपकी मेरा नाम शादी है बाजी कितना देर हो गई शोर को इस दुनिया से काफ़ी देर हो गई बेटा छोटा सी बेटा छोटा था जी कितनी उम्र है बेटे मेरे बेटे की 16 साल है अच्छा बेटा छोटा सा था जी कब इंतकाल हुआ? जी मसला क्या था बाजी उन्हें वो बस बीमार ही रहते सी भी क्या मसला था वैसे बीमार ही रहते सी फिर एक्सीडेंट होया सी। एक्सीडेंट हो गया जी अच्छा मेरी बहन आप मुझे बताएं कि जब शोहर था तब घर के मामलात कैसे बस ठीक सी शुक्र अल्लाह ਦਾ ਮਾਮੂ ਘਰ ਸ਼ਾਦੀ ਹੋਈ ਹੋਈ ਸੀ ਮਤਲਬ ਉਹਨਾਂ ਦਾ ਪਹਿਲੇ ਕਿਸੇ ਘਰ ਮਤਲਬ ਰਹਿੰਦੇ ਸੀ ਫਿਰ ਉਹਨਾਂ ਨੇ ਹੁਣ ਆਪਣਾ ਘਰ ਬਣਾ ਲਿਆ ਤੇ ਮੈਂ ਫਿਰ ਕਦੀ ਭੈਣ ਕੋਲ ਮਤलब ਕਦੀ ਫੈਕਟਰੀ ਚ ਕਦੀ ਕਿੱਧਰ ਬੇਟੇ ਨੂੰ ਲੈ ਕੇ मुझे बताएं जब शोहर का इंतकाल हुआ तो ससुराल वालों ने घर से बाहर निकाल दिया ਮਤਲਬ ਉਹਨਾਂ ਕੋਲ ਘਰ ਹੈ ਹੀ ਨਹੀਂ ਸੀ ਨਾ ਮਤਲਬ ਕਿਸੇ ਘਰ ਉਹ ਵੀ ਰਹਿ ਰਹੇ ਸੀ ਤੇ ਫਿਰ ਮੈਂ ਆਪਣਾ ਬੇਟੇ ਨੂੰ ਲੈ ਕੇ ਮਤਲਬ ਆਪਣੀ ਆਪੀ ਇੱਕ ਭੈਣ ਕੋਲ ਚਲੇ ਗਈ ਤੇ ਉੱਥੇ ਬਸ ਕੰਮ ਕਰਕੇ ਰਹਿਣ ਲੱਗ ਗਈ ਤੇ ਫਿਰ ਲਾਹੌਰ ਦਾ ਪ੍ਰੋਗਰਾਮ ਬਣ ਗਿਆ ਇੱਥੇ ਆ ਗਏ ਕਿ ਇੱਥੇ ਕੰਮ ਕਰਦੇ ਆ ਮੈਂ ਤੇ ਮੇਰਾ ਬੇਟਾ ਮਦਰਸੇ ਪੜਦਾ ਸੀ ਫੈਸਲਾਬਾਦ ਫਿਰ ਮੇਰਾ ਮਸਲਾ ਬਣ ਗਿਆ ਪਿੱਤੇ ਦਾ ਫਿਰ ਮੈਂ ਆਪਣੇ ਬੇਟੇ ਨੂੰ ਵਾਪਸ ਬੁਲਾ ਲਿਆ ਆਪਣੇ ਕੋਲ ਫਿਰ ਇਹ 3 ਸਾਲ ਹੋ ਗਏ ਨੇ ਸਿਖਾਣੇ ਦਾ ਮਾਂ ਬੇਟੇ ਕੰਮ ਸ਼ੁਰੂ ਕਰ ਲਿਆ अच्छा बाजी मैंने दसो ਵੀ ਖੜੇ ਹੁੰਨੀ ਆ ਕੰਮ ਕਰਨੀ ਆ मैंने दसो कि फैक्ट्री क्यों छड़ी ਬਸ ਵੈਸੇ ਉੱਥੇ ਠੇਕੇ ਦਾ ਕੰਮ ਸੀ ਕੋਈ ਮਤਲਬ ਦਿਹਾੜੀ ਵਗੈਰਾ ਵੀ ਨਹੀਂ ਸੀ ਸਹੀ ਲੱਗਦੀ नाले लोग ਜੀ कि लोग दसो जरा लोगों के तासरात ताकि हमारे वेखन वाले दुनिया ਨੂੰ पता चले ਬੇਟਾ ਛੱਡੋ ਵੈਸੇ ਹੀ ਠੇਕੇ ਦਾ ਕੰਮ ਸੀ ਦਿਹਾੜੀ ਨਹੀਂ ਸੀ ਪੂਰੀ इनके दसना नहीं चाहते कि डर रहा है किसी ने ਨਹੀਂ ਕੋਈ ਐਸੀ ਗੱਲ ਨਹੀਂ ਹੈ ਬੇਟਾ ਵੈਸੇ ਹੀ ਠੇਕੇ ਦਾ ਕੰਮ ਸੀ ਦਿਹਾੜੀ ਨਹੀਂ ਸੀ ਪੂਰੀ ਹੁੰਦੀ दिहाड़ी नहीं से पूरी ਜੀ ਕਿਉਂਕਿ ਸੈਲਰੀ ਹੋਵੇ ਨਾ ਤੇ ਫਿਰ ਹੋਰ ਗੱਲ ਹੁੰਦੀ ਹੈ ਇਸ ਵਜ੍ਹਾ ਤੋਂ ठेके तो यानी कि लग गई ना लगी तो ਕਿ ਨਾ ਸੀ ਗਏ ਬੈਠੇ ਰਹਿਣਾ ਕੰਮ ਹੈ ਕੱਲ ਨੂੰ ਨਹੀਂ ਹੈ ਤੇ ਵਾਪਸ ਬਾਜੀ ਜਦੋਂ ਜਵਾਨ ਸੀ ਅੱਜ ਤੋਂ 16 ਸਾਲ ਪਹਿਲੇ ਮਾਸ਼ਾਅੱਲਾ ਤੁਸੀਂ ਜਵਾਨ ਹੋ ਗਏ ਖੂਬਸੂਰਤ ਵੀ ਹੋਗੇ ਉਹ ਤਾਂ ਸ਼ਾਦੀ ਦੂਸਰੀ ਕਿਉਂ ਨਹੀਂ ਕੀਤੀ ਬਸ ਵੈਸੇ ਹੀ ਵਜ੍ਹਾ ਵੈਸੇ ਹੀ ਬੇਟਾ ਬੇਟੇ ਦੀ ਵਜ੍ਹਾ ਜੀ ਮੈਨੂੰ ਆਪਣੇ ਬੇਟੇ ਨਾਲ ਬਹੁਤ ਪਿਆਰ ਹੈ ਅੱਲਾਹ ਤਾਲਾ ਉਹਨੂੰ ਜ਼ਿੰਦਗੀ ਦੇ ਬਾਜੀ ਮੈਨੂੰ ਇੱਕ ਗੱਲ ਦੱਸੋ ਕਿ ਜਦੋਂ ਔਲਾਦ ਜਵਾਨ ਹੋ ਜਾਂਦੀ ਹੈ ਉਹੀ ਮਾਂ-ਬਾਪ ਜਿਹਦੇ ਵਾਸਤੇ ਔਲਾਦ ਵਾਸਤੇ ਜਿਹੜੇ ਮਾਂ-ਬਾਪ ਬੜੀ ਮੁਸ਼ਕਿਲਾਂ ਸਹਿੰਦੇ ਨੇ ਬੜੀ ਮੁਸ਼ਕਿਲਾਂ ਸਹਿੰਦੇ ਨੇ ਕੱਲ ਨੂੰ ਔਲਾਦ ਜਵਾਨ ਹੋ ਕਰ ਬਦਲ ਕਿਉਂ ਜਾਂਦਾ ਬਸ ਇਹ ਹੁਣ ਬੇਟਾ ਔਲਾਦ ਦਾ ਮਸਲਾ ਹੈ ਨਾ ਲੇਕਿਨ ਮੈਂ ਤਾਂ ਬਹੁਤ ਪਿਆਰ ਕਰਦੀ ਹਾਂ ਆਪਣੇ ਬੇਟੇ ਨਾਲ ਯਕੀਨ ਮੰਨ ਲਓ ਜਿੰਨਾ ਮਰਜ਼ੀ ਤੰਗ ਕਰ ਲਵੇ ਮੈਂ ਖੁਦ ਵੀ ਕੰਮ ਕਰ ਲੈਂਦੀ ਹਾਂ ਲੇਕਿਨ ਪਿਆਰ ਬਹੁਤ ਹੁੰਦਾ ਮੈਂ ਤੰਗ ਕਰਦਾ ਹਾਂਜੀ ਬਹੁਤ ਜ਼ਿਆਦਾ ਤੰਗ ਕਰਦਾ ਅੱਛਾ ਕੀ ਸਮਝਦੇ ਹੋ ਕਿ ਬਾਪ ਤੋਂ ਬਗੈਰ ਔਲਾਦ ਲਈ ਮੁਸ਼ਕਿਲ ਹੁੰਦਾ ਔਲਾਦ ਪਾਲਣਾ ਬਿਲਕੁਲ ਮੁਸ਼ਕਿਲ, ਕਿੰਨਾ ਮੁਸ਼ਕਿਲ ਬਹੁਤ ਜ਼ਿਆਦਾ ਸ਼ੋਹਰ ਕੀ ਚੀਜ਼ ਹੈ ਵੇਖਣ ਵਾਲੀਆਂ ਔਰਤਾਂ ਨੂੰ ਦੱਸੋ ਕਿ ਔਰਤਾਂ ਸ਼ੋਹਰ ਦੀ ਕੋਈ ਅਹਿਮੀਅਤ ਨਹੀਂ ਸਮਝਦੀ ਨਹੀਂ ਸਮਝਣੀ ਚਾਹੀਦੀ ਸ਼ੋਹਰ ਹੁੰਦਾ ਹੈ ਔਰ ਚਾਰ ਦੀਵਾਰੀ ਦੇ ਅੰਦਰ ਹੁੰਦੀ ਜੀ ਹਰ ਔਰਤ ਦਾ ਬੇਟਾ ਦਿਲ ਕਰਦਾ ਮੇਰਾ ਵੀ ਦਿਲ ਕਰਦਾ ਮੈਂ ਘਰ ਬੈਠਾ ਮੇਰਾ ਬੇਟਾ ਹੋਵੇ ਸ਼ੋਹਰ ਹੋਵੇ ਕਮਾਨ ਮੇਰਾ ਕੋਈ ਇਸ ਤਰ੍ਹਾਂ ਅੱਛਾ ਲੱਗਦਾ ਮੈਨੂੰ ਸੜਕ ਤੇ ਬੈਠਣੇ ਆ ਘੱਟਾ ਪੈਂਦਾ ਕੁਛ ਕੋਈ ਕਿਹੜੀ ਨਿਗਾਹ ਨਾਲ ਦੇਖਦਾ ਕੋਈ ਕਿਹੜੀ ਨਿਗਾਹ ਨਾਲ ਦੇਖਦਾ ਲੇਕਿਨ ਕੰਮ ਤਾਂ ਕਰਨਾ ਹੈ। ਇੱਥੇ ਮਕਾਨ ਹੈ ਨਾ ਕਿਰਾਏ ਦਾ ਕਿਰਾਏ ਤੇ ਰਹਿੰਦੇ ਹਾਂਜੀ ਕਿਰਾਇਆ ਮਕਾਨ ਵੀ ਆਪਣਾ ਨਹੀਂ ਨਹੀਂ ਇੱਥੇ ਅਸੀਂ 8000 ਰੁਪਇਆ ਕਿਰਾਇਆ ਦੇਈਦਾ ਮਕਾਨ ਦਾ ਅੱਜ ਕਿਸ ਤਰ੍ਹਾਂ ਮਾਮਲਾ ਚੱਲ ਰਹੇ ਨੇ 8000 ਮਕਾਨ ਦਾ ਕਿਰਾਇਆ ਬਿੱਲ ਉਸ ਤੋਂ ਬਾਅਦ ਖਾਣਾ ਪੀਣਾ ਕਿਸ ਤਰ੍ਹਾਂ ਕੁਛ ਮੈਂ ਕਰ ਲੈਣੀ ਕੁਛ ਬੇਟੇ ਨੂੰ ਫੈਕਟਰੀ ਲਵਾ ਦਿੰਦੇ ਹਾਂ ਜਦੋਂ ਨਹੀਂ ਮਾਮਲਾ ਸੈੱਟ ਹੁੰਦੇ ਫਿਰ ਇੱਥੇ ਮੈਂ ਖੜੇ ਹੋ ਜਾਂਦੀ ਹਾਂ ਬਾਜੀ ਬੇਟੇ ਨੂੰ ਪੜਾ ਨਹੀਂ ਰਹੇ ਨਹੀਂ ਕਿਉਂ ਬਸ ਘਰ ਚਲਾਈਏ ਜਾਂ ਬੇਟੇ ਨੂੰ ਪੜਾਈਏ ਫਿਰ ਇੱਕ ਕੰਮ ਹੋ ਸਕਦਾ
ਤੇ ਹੁਣ ਸਸੁਰਾਲ ਵਾਲੇ ਕਿੱਥੇ ਰਹਿ ਰਹੇ ਨੇ, ਆਪਣੇ ਘਰ 'ਚ ਜਾਂ ਉਹ ਨਹੀਂ, ਉਹ ਆਪਣੇ ਘਰ ਰਹਿ ਰਹੇ ਨੇ। ਉਹਨਾਂ ਨਾਲ ਮਤਲਬ ਹੁਣ ਸਾਡਾ ਕੋਈ ਨਹੀਂ ਬੋਲ ਚੱਲ। ਉਹਨਾਂ ਨੇ ਕਦੀ ਮੇਰੇ ਬੇਟੇ ਨੂੰ ਵੀ ਨਹੀਂ ਪੁੱਛਿਆ ਕਿ ਯਾਰ ਤੈਨੂੰ ਕੋਈ ਚੀਜ਼ ਚਾਹੀਦੀ ਹੈ ਨਹੀਂ ਚਾਹੀਦੀ, ਕਦੀ ਈਦ ਤੇ ਵੀ ਨਹੀਂ ਪੁੱਛਿਆ, ਕਿ ਫੋਨ ਵੀ ਨਹੀਂ ਕਦੀ ਕੀਤਾ। ਮੇਰੇ बेटे को खुद पूछ लो अगर मैं झूठ बोल रही हूँ तो। ਬਾਜੀ ਇਹ ਦੱਸੋ ਕਿ ਬੇਟਾ ਉਹਨਾਂ ਦਾ ਚਲਾ ਗਿਆ ਤਾਂ ਇਹਦਾ ਮਤਲਬ ਤੁਹਾਡੇ ਨਾਲ ਤਲਕ ਖਤਮ। ਇਹ ਹੁਣ ਉਹਨਾਂ ਨੂੰ ਪਤਾ, ਉਹਨਾਂ ਨੇ ਕਦੀ ਵੀ ਨਹੀਂ ਪੁੱਛਿਆ। ਬਾਜੀ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰੀ? बस मुश्किल भी है तो शुक्र भी है अल्लाह का। ਹਰ ਹਾਲ ਚ ਅੱਲਾ ਦਾ। हाँ जी शुक्र है। ਬਾਜੀ ਕੀ ਕੰਮ ਕੀ ਕਰਦੇ? ਚਾਹ ਬਣਾਉਂਦੀ ਆ, ਨਾਲ ਚਾਵਲ ਬਣਾ ਕੇ ਲੈ ਆਉਂਦੀ ਆ ਤੇ ਨਾਲ ਨਾਨ ਟਿੱਕੀ ਰੱਖ ਲਈ। ਪਹਿਲੇ ਤੁਹਾਨੂੰ ਸਲੂਟ ਕਰਨਾ ਕਿ ਐਡੀ ਬਹਾਦਰ ਹੋ। हाँ जी बेटा ਬਾਜੀ ਮੈਨੂੰ बस। ਦੱਸੋ ਕਿ ਇੱਕ ਦਿਨ ਚ ਕਿੰਨੇ ਦੇ ਮਸਨ ਚਾਵਲ ਵਗੈਰਾ ਚਾਹ ਵਗੈਰਾ ਫਰੋਖਤ ਕਰ? ਬੇਟਾ ਅਗਰ ਕੰਮ ਤਾਂ ਸਹੀ ਚੱਲੇ ਨਾ ਤੇ ਫਿਰ ਤਾਂ ਸਹੀ ਸੇਲ ਹੋ ਜਾਂਦੀ ਹੈ। ਅਗਰ ਕੰਮ ਨਾ ਚੱਲੇ, ਹੁਣ ਗਰਮੀ ਦੀ ਵਜ੍ਹਾ ਸਾਡਾ ਬਹੁਤ ਜ਼ਿਆਦਾ ਕੰਮ ਸਲੋ ਹੋ ਗਿਆ। ਲੋਕ ਪੀਣ ਹਾਂਜੀ ਨਹੀਂ ਸੀ ਪੀ ਰਿਹਾ। ਹੁਣ ਮੰਡੀ ਲੱਗੀ, ਡੰਗਰਾਂ ਵਾਲੇ ਆਏ ਆ। ਹੁਣ ਸ਼ੁਕਰ ਹੈ ਕੰਮ ਕੱਲ ਦਾ ਥੋੜਾ ਜਿਹਾ ਸਹੀ ਹੋਇਆ। ਸ਼ੁਕਰ ਹੈ ਉਹਦੀ। ਬਾਜੀ ਮੈਨੂੰ ਇਹ ਦੱਸੋ ਕਿ ਅੰਦਾਜ਼ਨ ਆਮ ਦਿਨ ਚ ਕਿੰਨੇ ਪੈਸੇ ਇੱਕ ਦਿਨ ਚ ਕਮਾ ਲੈਂਦੇ? ਮਤਲਬ ਸਾਰਾ ਖਰਚਾ ਵਗੈਰਾ ਕੱਢ ਕੇ ਨਾ 500 ਰੁਪਇਆ ਮਿਲ ਜਾਂਦਾ, ਰੋਟੀ ਪਾਣੀ ਬੇਟੇ ਦੀ ਮੇਰੀ ਸਾਰੇ ਕਰ ਕਰਾ ਕੇ। 15,000 ਰੁਪਇਆ? ਜੀ 15,000 ਚ ਬਿੱਲ ਵੀ ਦੇਣਾ ਹੈ, ਰਾਸ਼ਨ ਵੀ ਕਰਨਾ ਹੈ, ਉਸ ਤੋਂ ਬਾਅਦ ਜਨਾਬ ਕਿਰਾਇਆ ਵੀ ਦੇਣਾ ਕਿਰਾਇਆ ਵੀ ਦੇਣਾ 8000। ਹੈ। ਜ਼ਿੰਦਗੀ ਬਹੁਤ ਮੁਸ਼ਕਿਲ ਹੈ। ਬਹੁਤ ਜ਼ਿਆਦਾ। ਬਾਜੀ ਅਗਰ ਅਸੀਂ ਤੁਹਾਡਾ ਆਪਣੇ ਚੈਨਲ ਦੇ ਥੱਲੇ ਨੰਬਰ ਚਲਵਾ ਦਈਏ, ਅੱਲਾ ਦੇ ਬੜੇ ਬੜੇ ਅੱਛੇ ਲੋਕ ਨੇ, ਮਰੀਮ ਨਵਾਜ਼ ਸਾਹਿਬ ਆਸਕਰ ਜਦੋਂ ਇਹੋ ਜਿਹੇ ਕਿਸੇ ਖਾਤੂਨ ਨੂੰ ਵੇਖਦੇ ਨੇ ਬੜੀ ਮਦਦ ਕਰਦੇ ਨੇ। ਤੇ ਮੈਂ ਅੱਜ ਤੱਕ ਮਤਲਬ ਆ ਬੇਨਜੀਤ ਦੇ ਪੈਸੇ ਵੀ ਲੱਗੇ ਹੋਏ ਨੇ ਨਾ, ਇਹ ਵੀ ਨਹੀਂ ਮਤਲਬ ਉਂਝ ਵੀ ਕਦੀ ਨਹੀਂ। ਬਸ ਰੱਬ ਦੀ ਜ਼ਾਤ ਕੋਲ ਅੱਲਾ ਮੰਗੀ। ਦੀ ਜ਼ਾਤ ਤੇ ਹਾਂਜੀ ਬਸ ਨਮਾਜ਼ ਪੜ੍ਹੀ ਦੀ, ਅੱਲਾ ਦੀ ਜ਼ਾਤ ਕੋਲ ਮੰਗੀ ਦਾ। ਮਤਲਬ ਕਿ ਅੱਜ ਤੱਕ ਕਿਸੇ ਤੇ ਤਵੱਕੋ ਹੀ ਨਹੀਂ ਲਾਈ। ਭਾਈ ਮੇਰੇ ਨਹੀਂ ਹੈ, ਮੇਰੀਆਂ 2 ਭੈਣਾਂ ਨੇ, ਉਹਨਾਂ ਦੀ ਸ਼ਾਦੀ ਹੋਈ, ਉਹ ਆਪਣੇ ਘਰ ਖੁਸ਼ ਨੇ। ਮੇਰੇ ਅੰਮੀ ਅੱਬੂ ਵੀ ਨਹੀਂ ਹੈਗੇ। ਤੇ ਬਾਜੀ ਤੁਸੀਂ ਸ਼ਾਦੀ ਕਿਉਂ ਨਹੀਂ ਕਰ ਲੈਂਦੇ? ਨਹੀਂ ਬੇਟਾ, ਮੈਂ ਕੁਛ ਬਿਮਾਰ ਰਹਿੰਦੀ, ਕੁਛ ਮੇਰਾ ਤੁਹਾਡੇ ਬੇਟਾ। ਬੇਟੇ ਨੂੰ ਜ਼ਿੰਦਗੀ ਦੇਵੇ, ਤੰਦਰੁਸਤੀ ਦੇਵੇ। ਬਾਜੀ ਬੁਰਾ ਨਾ ਮਨਾਣਾ, ਅਗਰ ਕੱਲ ਨੂੰ ਤੁਹਾਡਾ ਬੇਟਾ ਤੁਹਾਨੂੰ ਨਹੀਂ ਪੁੱਛਦਾ, ਇਹਦੇ ਵਾਸਤੇ ਤੁਸੀਂ ਆਪਣਾ ਫਿਊਚਰ ਸੈੱਟ। किस्मत है, वो मेरी किस्मत है। नाजरीन, माँ लफ्ज़ इसको कहते हैं, और माँ ये है, माँ की मोहब्बत ये है, माँ की ममता ये है कि अपनी ज़िंदगी ख़राब कर ली है, अपनी शादी नहीं की, लेकिन इधर टिक्कियाँ बेच रही हैं, चाय बेच रही हैं, और बाजी का कहना है कि लोग गलत निगाहों से देखते हैं, पता नहीं क्या क्या समझते हैं। लेकिन मैं जो है वो इधर खड़े होकर काम कर रही हूँ अपने बेटे के लिए। अब अल्लाह करे कल को इनका बेटा अच्छा निकल आए, लेकिन अगर अच्छा नहीं निकलता तो देखें ना, बाजी अपनी ज़िंदगी सारी बेटे के लिए वक्फ कर दी। जवान थी, खूबसूरत थी, दूसरी शादी भी कर सकती थी, लेकिन नहीं की कि भाई मैंने अगर दूसरी शादी कर ली तो मेरे बेटे का क्या बनेगा। लेकिन दूसरी शादी कर लेती, लेकिन आप ये देखें कि बेटे की खातिर माँ की ममता। लेकिन अब हमें भी चाहिए कि अपनी माओ से इतनी मोहब्बत, माओ से मोहब्बत करें। बाजी आहरते की पैगाम देना?